नरेंद्र मोदी वो ड्राइवर है, गाड़ी ड्राइव कर रहे हैं और पीछे बैठे हैं वो मर्सिडीज के पिछली सीट पे वो कॉर्पोरेट घराने बैठे। हाँ, वो उनके पास मतलब रिमोट भी है कि ऐसे चलो ऐसे चलो। ये जितने भी बिल बनाए हैं सब उन्होंने बनाए, इनके मंत्रियों ने नहीं बनाए। केंद्र सरकार पूरी तरह से जो है पंजाब के लोगों के साथ में अन्याय कर रही है, पंजाब के किसानों के साथ में अन्याय कर रही है। ਜਿੱਥੇ ਸਾਡੀ ਮਿਲਟਰੀ ਨੂੰ, ਜਿੱਥੇ ਸਾਡੀ ਫੌਜ ਦੇ ਜਵਾਨਾਂ ਨੂੰ ਬਹੁਤੀ ਲੋੜ ਹੈਗੀ ਆ, ਜਿੱਥੇ ਸਾਡੀ ਫੌਜ ਨੂੰ ਕੋਈ ਸਮੱਸਿਆ ਆਉਂਦੀ ਹੈ, ਠੀਕ ਹੈ, ਉਹੋ ਜਿਹੇ ਅਸੀਂ 2 ਰੂਟ ਮਤਲਬ ਚਲਾਉਣ ਨੂੰ ਮਤਲਬ ਸਾਡੇ ਸਾਥੀ ਸਹਿਮਤ ਹੋ ਗਏ ਸੀ ਉਸ ਗੱਲ 'ਚ। ਲੇਕਿਨ ਸੈਂਟਰ ਗਵਰਨਮੈਂਟ ਦੀ ਜਿਹੜੀ ਭਾਵਨਾ ਹੈ ਨਾ, ਉਹਨਾਂ ਦੀ ਭਾਵਨਾ ਇਹ ਸੀਗੀ ਕਿ ਅਸੀਂ ਚਾਹੇ ਕੁਝ ਵੀ ਹੋਵੇ ਅਸੀਂ ਇਹ ਮਸਲਾ ਹੱਲ ਨਹੀਂ ਕਰਨਾ। ਉਹ ਚਾਹੁੰਦੇ ਨੇ ਪੰਜਾਬ ਨੂੰ ਇੱਕ ਤਰ੍ਹਾਂ ਦੀ ਸਜ਼ਾ ਦੇਣਾ, ਉਹ ਚਾਹੁੰਦੇ ਨੇ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਤੋੜਨਾ, ਪੰਜਾਬ ਦੇ ਇਸ ਅੰਦੋਲਨ ਨੂੰ ਬਦਨਾਮ ਕਰਨਾ, ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੇ ਵਪਾਰੀਆਂ ਨੂੰ ਇੱਕ ਤਰ੍ਹਾਂ ਦੀ ਸਜ਼ਾ ਦੇਣ ਦਾ ਯਤਨ ਸੀ ਸਰਕਾਰ ਦਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਇਸ ਵਕਤ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਮਨਦੀਪ ਸਿੰਘ। ਦੋਸਤੋ, ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਦਾ ਰੋਹ ਹੈਗਾ, ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਹ ਵੱਧਦਾ ਜਾ ਰਿਹਾ ਹੈ, ਉਹ ਸਿਰਫ ਹੁਣ ਪੰਜਾਬ ਤੱਕ ਸੀਮਿਤ ਨਹੀਂ ਰਿਹਾ ਬਲਕਿ ਹੁਣ ਪੂਰੇ ਭਾਰਤ ਮੁਲਕ ਦੇ ਵਿੱਚ ਇਹ ਰੋਹ ਵੱਧਦਾ ਜਾ ਰਿਹਾ ਹੈ। ਮੇਰੇ ਨਾਲ ਜਿਵੇਂ ਤੁਸੀਂ ਵੇਖ ਹੀ ਸਕਦੇ ਆ, ਇਸ ਵਕਤ ਹਰਿਆਣਾ ਤੋਂ, ਦਿੱਲੀ ਤੋਂ ਕਿਸਾਨ ਆਗੂ ਰਲਦੇ ਜਾ ਰਹੇ ਨੇ। ਪ੍ਰੇਮ ਸਿੰਘ ਗਹਿਲਾਵਤ ਮੇਰੇ ਨਾਲ ਇਸ ਵਕਤ ਮੌਜੂਦ ਨੇ ਔਰ ਮੇਰੇ ਖੱਬੇ ਸਾਈਡ ਮੌਜੂਦ ਨੇ ਜਗਜੀਤ ਸਿੰਘ ਜੀ ਡੱਲੇਵਾਲ BKU ਤੋਂ। ਸੋ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਖਾਸ ਗੱਲ ਇਹ ਹੈ, ਅੱਜ ਦੀ ਮੀਟਿੰਗ ਹੋ ਕੇ ਹਟੀ ਹੈ, ਖਾਸ ਗੱਲ ਇਹ ਨਿਕਲੀ ਹੈ ਕਿ ਹੁਣ ਜਿਹੜਾ ਇਹ ਰੋਹ ਹੈਗਾ ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਹੇਗਾ ਬਲਕਿ ਪੂਰੇ ਭਾਰਤ ਮੁਲਕ ਤੋਂ ਜਿਹੜੇ ਕਿਸਾਨ ਆਗੂ ਨੇ ਰਲਦੇ ਜਾ ਰਹੇ ਨੇ। ਕੱਲ੍ਹ ਇੱਕ ਹੋਰ ਮੀਟਿੰਗ ਸੱਦੀ ਗਈ ਹੈ, ਉਹ ਪੂਰੇ ਭਾਰਤ ਲੈਵਲ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦੇ ਵਿੱਚ ਕੀ ਕੁਝ ਰਹੇਗਾ, ਕਿਹੜੀ ਜਥੇਬੰਦੀਆਂ ਸ਼ਿਰਕਤ ਕਰ ਰਹੀਆਂ ਨੇ, ਬੜਾ ਇਹ ਅਹਿਮ ਇੰਟਰਵਿਊ ਵੀ ਹੈਗਾ ਤੁਹਾਡੇ ਲਈ ਵੀ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰੇਮ ਸਿੰਘ ਜੀ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਤੁਹਾਡਾ। ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਜੀ ਪ੍ਰੇਮ ਜੀ, ਅਤੇ ਜਿਵੇਂ ਅਸੀਂ ਵੇਖਿਆ ਕਿ ਰੋਹ ਵੱਧਦਾ ਜਾ ਰਿਹਾ ਹੈ ਅਤੇ ਤੁਹਾਡਾ ਨਾਮ ਬੜਾ ਮੈਨੂੰ ਸੋਹਣਾ ਲੱਗਿਆ, ਪ੍ਰੇਮ ਸਿੰਘ ਗਹਿਲਾਵਤ। ਅਤੇ ਕਿਵੇਂ ਵੇਖਦੇ ਆ ਕਿ ਹੁਣ ਜਿਹੜਾ ਰੋਹ ਵੱਧਦਾ ਜਾ ਰਿਹਾ, ਇੱਕ ਤਲਖੀ ਵੱਧਦੀ ਜਾ ਰਹੀ ਹੈ ਸੈਂਟਰ ਦੇ ਨਾਲ ਸੂਬੇ ਦੀ, है ना जी, तो किस तरीके नाल तुसीं वेखदे हो? मैं हिंदी में बात करूँ या पंजाबी में? ठीक है, तो तुसीं किद्दां वेखदे हो हुण, और कल दी मीटिंग नूं लैके किस तरीके दीयां तैयारियां ने ते किहड़ी जथेबंदियां शिरकत करन जा रहीआं ने? देखिए, आज यहाँ पूरे पंजाब की 30 जथेबंदियों की मीटिंग हुई और मीटिंग में बहुत जोश था। मैं यहाँ 2-3 दिन से आया हुआ हूँ। सबसे पहले सर आप कौन से, हरियाणा से, आप दिल्ली से हैं? मैं पूरे देश से हूँ, राष्ट्रीय उपाध्यक्ष हूँ, ठीक है, अखिल भारतीय किसान महासभा का, ठीक है, AIKSCC का वर्किंग ग्रुप सदस्य हूँ, और AIKCC जिसमें 250 के करीब संगठन हैं, उसको लेकर के हमने AIKCC बनाई थी। ये AIKCC मंदसौर में जो 6 किसान मारे गए 2017 में, तब इसका निर्माण हमने किया था। ठीक है, इसके जरिए हमने पूरा भारतवर्ष घूमे, हमने सबको जोड़ने का काम किया। और अब ये AIKCC और भी संगठन मिल कर के एक बहुत बड़ा संगठन पूरे हिंदुस्तान का, इसमें धल्लेवाल जी हैं, गुरनाम सिंह चौधरी हैं, शिव कुमार कक्का हैं, तो ये पूरा रूप एक लेके खड़ा हो गया है। ठीक है, मतलब कि अज तुसीं पूरे भारत की नुमाइंदगी इत्थे कर रहे हो, तो कल भी करोगे? नहीं, आज तो इसकी पंजाब की थी, कल पूरे भारतवर्ष की होगी। ठीक है, तो जगजीत सिंह डल्लेवाल भी मौजूद हैं इत्थे और मीटिंग होके हटी अज दी। डल्लेवाल साहब, कल दी जिहड़ी मीटिंग होनी है, मैनूं ये दसो भी इहदा जिहड़ा सद्दा हैगा ਇਹ ਕਿਸ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਗਈ? ਪੰਜਾਬ ਦੇ ਆਗੂਆਂ ਵੱਲੋਂ ਵੀ ਇੱਕ ਪਹਿਲ ਕੀਤੀ ਗਈ ਸੀ ਕਿ ਪੂਰੇ ਪੰਜਾਬ ਨੂੰ, ਪੂਰੇ ਭਾਰਤ ਨੂੰ ਜੋੜਿਆ ਜਾਵੇ, ਜਾਂ ਭਾਰਤ ਦੀਆਂ ਜਥੇਬੰਦੀਆਂ ਨੇ ਆ ਕੇ ਇੱਥੇ ਸਭ ਤੋਂ ਪਹਿਲਾਂ ਪਹਿਲ ਕੀਤੀ ਸੀਗੀ? ਇਹ ਦੇਖੋ, ਇਹ ਇੱਕ ਅਸੀਂ ਜਦੋਂ ਲੜਾਈ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਸੀ, ਪੈਰਲਰ ਹਰਿਆਣੇ ਦੇ ਵਿੱਚ ਵੀ ਅੰਦੋਲਨ ਚੱਲ ਰਿਹਾ ਸੀ, ਥੋੜ੍ਹਾ ਬਹੁਤਾ ਚੱਲ ਰਿਹਾ, ਚਲੋ ਉੱਥੇ ਸਰਕਾਰਾਂ ਦੇ ਕੁਝ ਸਿਸਟਮ ਇਹੋ ਜਿਹੇ ਹੁੰਦੇ ਆ, ਤਾਂ ਅਸੀਂ ਉਹ ਲੜਾਈ ਨੂੰ ਪੂਰੇ ਪੰਜਾਬ ਦੇ ਵਿੱਚ ਜਿਸ ਵੇਲੇ ਅੰਦੋਲਨ ਪੀਕ 'ਤੇ ਗਿਆ, ਤਾਂ ਅਸੀਂ ਦੇਖਿਆ ਕਿ ਸੈਂਟਰ ਗੌਰਮੈਂਟ ਦੇ ਕੁਛ ਮਤਲਬ ਜਿਹੜੇ ਪੰਜਾਬ ਪ੍ਰਤੀ ਰਵੱਈਆ ਹੈ ਉਹ ਨੈਗੇਟਿਵ ਅਪਰੋਚ ਵਾਲਾ ਹੈ ਪੂਰਾ। ਨਾਲੇ ਇੱਕ ਇਹ ਵੀ ਬਣਦਾ ਜਾ ਰਿਹਾ ਸੀ ਕਿ ਇਹ ਜਿਹੜਾ ਮਸਲਾ ਸਿਰਫ ਪੰਜਾਬ ਦਾ ਮਸਲਾ, ਕੇਵਲ ਪੰਜਾਬ ਦਾ ਮਸਲਾ, ਪੰਜਾਬ ਦਾ ਮਸਲਾ। ਸੈਂਟਰ ਗੌਰਮੈਂਟ ਕਹਿ ਵੀ ਰਹੀ ਸੀ, ਉਹਨਾਂ ਦੇ ਮੰਤਰੀ ਕਹਿ ਰਹੇ ਸੀਗੇ ਕਿ ਇਹ ਕੇਵਲ ਪੰਜਾਬ ਦਾ ਮਸਲਾ ਹੈ, ਇਹ ਕੋਈ ਦੇਸ਼ ਦਾ ਮਸਲਾ ਨਹੀਂ ਹੈ। ਹਾਲਾਂਕਿ ਦੇਖੋ, ਪੂਰੇ ਇਹ ਜਿਹੜੇ ਕਾਨੂੰਨ ਨੇ, ਇਹਨਾਂ ਕਾਨੂੰਨਾਂ ਨੇ ਆਹਿਸਤਾ ਆਹਿਸਤਾ ਜਦੋਂ ਇਹਨੂੰ ਤੁਸੀਂ ਬਰੀਕੀ ਦੇ ਨਾਲ ਵਾਚੋਗੇ
ਤਾਂ ਬੜੇ ਵਧੀਆ ਢੰਗ ਦੇ ਨਾਲ ਉਹਨਾਂ ਨੇ ਇੱਕ ਦੂਜੇ ਦੇ ਵਿੱਚ ਮਤਲਬ ਫਿੱਟ ਕੀਤੇ ਹੋਏ ਨੇ ਕਾਨੂੰਨ ਇਹ। ਔਰ ਇਹਨਾਂ ਕਾਨੂੰਨਾਂ ਦੇ ਨਾਲ ਪੂਰੇ ਦੇਸ਼ ਦੇ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਕਾਰਪੋਰੇਟਾਂ ਕੋਲੇ ਚਲੀ ਜਾਣੀ ਹੈ, ਅਡਾਨੀਆਂ ਬਾਨੀਆਂ ਕੋਲੇ ਚਲੀ ਜਾਣੀ ਹੈ। ਇੱਕ ਪਲਾਨਿੰਗ ਸੀ ਔਰ ਉਸ ਗੱਲ ਨੂੰ ਲੈ ਕੇ ਅਸੀਂ ਸੋਚ ਰਹੇ ਸੀ ਵੀ ਇਹ ਪੂਰੇ ਦੇਸ਼ ਦੀ ਲੜਾਈ ਹੈ। ਅੱਜ ਇਹਨੂੰ ਇਕੱਲੇ ਪੰਜਾਬ ਦੀ ਲੜਾਈ ਮੰਨਿਆ ਜਾ ਰਿਹਾ ਹੈ, ਤਾਂ ਕਿਉਂ ਨਾ ਇਹਨੂੰ ਦੇਸ਼ ਦੀ ਲੜਾਈ ਦਾ ਰੂਪ ਦਿੱਤਾ ਜਾਵੇ। ਤਾਂ ਫਿਰ ਉਸ ਗੱਲ ਦੇ ਵਿੱਚੋਂ ਇੱਕ ਅਸੀਂ ਸਾਰੇ ਇੱਥੇ ਬੈਠੇ ਸੀ ਜਿਹੜੇ 30 ਜਥੇਬੰਦੀਆਂ, ਉਹਨਾਂ ਦੇ ਵਿੱਚੋਂ ਕੁਝ ਸਾਥੀ ਸਾਡੇ ਮਤਲਬ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਵੀ ਸੀਗੇ ਔਰ ਉਹਦੇ ਵਿੱਚੋਂ ਪੈਰਲਲ ਅਸੀਂ ਪਰਲੇ ਪਾਸੇ ਕੁਛ ਆਦਮੀ ਜਿਹੜੇ ਸੀਗੇ ਰਾਸ਼ਟਰੀ ਕਿਸਾਨ ਮਹਾਸੰਘ ਦੇ ਮੈਂਬਰ ਆ। ਇਹ ਦੋ ਉੱਪਰ ਮਤਲਬ ਜਿਹੜੇ ਸੰਗਠਨ ਹੈ ਦੇਸ਼ ਲੈਵਲ ਦੇ ਉੱਤੇ ਕੰਮ ਕਰ ਰਹੇ ਸੀ। ਤਾਂ ਇਹਦੇ ਨਾਲ ਸਾਥੀਆਂ ਨੂੰ ਵੀ ਕਿਹਾ ਵੀ ਤੁਸੀਂ ਵੀ ਯਾਰ ਬੈਠ ਕੇ ਵਿਚਾਰ ਕਰੀਏ, ਆਪਾਂ ਸਾਰੇ ਇਕੱਠੇ ਹੋਈਏ। ਪਹਿਲਾਂ ਸਾਡਾ ਯਤਨ ਸੀਗਾ ਕਿ ਸਾਰੇ ਦੇ ਸਾਰੇ ਇੱਕੋ ਪਲੇਟਫਾਰਮ 'ਤੇ ਆ ਜਾਈਏ, ਇੱਕੋ ਦਿਨ ਮੀਟਿੰਗ ਹੋਵੇ, ਲੇਕਿਨ ਉਹ ਹੋ ਨਹੀਂ ਸਕੀ। ਇੱਕ ਮੀਟਿੰਗ ਫਿਰ ਦਿੱਲੀ ਦੇ ਵਿੱਚ 27 ਤਰੀਕ ਨੂੰ ਹੋਈ, ਜਿਹਦੇ ਵਿੱਚ 5 ਮੈਂਬਰਾਂ ਦੀ ਕਮੇਟੀ ਬਣਾਈ ਗਈ। ਇੱਕ ਮੀਟਿੰਗ ਫਿਰ ਦੁਬਾਰਾ ਜਿਹੜੀ ਹੋਈ ਉਹ 3 ਤਰੀਕ ਨੂੰ ਦਿੱਲੀ ਦੇ ਵਿੱਚ ਰਾਸ਼ਟਰੀ ਕਿਸਾਨ ਮਹਾਸੰਘ ਦੀ ਹੋਈ। ਉਹਦੇ ਵਿੱਚ ਫਿਰ ਇੱਕ ਮਤਲਬ ਇੱਧਰੋਂ ਬਣ ਗਈ 5 ਮੈਂਬਰੀ ਕਮੇਟੀ, ਉਧਰਲੇ ਪਾਸੋਂ ਬਣ ਗਈ ਮਤਲਬ 11 ਮੈਂਬਰੀ ਕਮੇਟੀ, ਜਿਹਦੇ ਯੋਗਿੰਦਰ ਯਾਦਵ ਜੀ ਵਗੈਰਾ ਸਾਰੇ ਸ਼ਾਮਲ ਸੀ। ਉਹ ਯੋਗਿੰਦਰ ਯਾਦਵ ਵਾਲੀ ਇੱਧਰ ਬਣ ਗਈ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਵਾਲੇ ਪਾਸੋਂ, ਔਰ ਰਾਸ਼ਟਰੀ ਕਿਸਾਨ ਮਹਾਸੰਘ ਵਾਲੇ ਪਾਸੋਂ ਬਣ ਗਈ, ਜਿਹਦੇ ਵਿੱਚ ਸ਼ਿਵ ਕੁਮਾਰ ਕੱਕਾ ਜੀ ਆ ਗਏ, ਅਸੀਂ ਆ ਗਏ, ਪੰਜਾਬ ਤੋਂ ਮਨਜੀਤ ਰਾਏ ਜੀ ਆ ਗਏ, ਇਹ ਆਦਮੀ ਆ ਗਏ। ਔਰ ਉੱਥੇ ਇੱਕ ਮਤਲਬ ਇਹ ਸੋਚ ਰਹੀ ਹੈ ਮਤਲਬ ਜਿਹਦੇ ਰਾਸ਼ਟਰੀ ਕਿਸਾਨ ਮਹਾਸੰਘ ਦੀ ਮੀਟਿੰਗ ਹੋਈ ਕਿ ਪੰਜਾਬ ਦੇ ਵਿੱਚ ਅੰਦੋਲਨ ਵੱਡੀ ਪੱਧਰ 'ਤੇ ਹੋ ਰਿਹਾ ਹੈ, ਤਾਂ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਸਮਝਣ ਵਾਸਤੇ, ਉਹਨੂੰ ਰੱਖਣ ਵਾਸਤੇ, ਉਹਨੂੰ ਸਰਕਾਰ ਕੋਲੇ ਪੁੱਟ ਅਪ ਕਰਨ ਵਾਸਤੇ ਔਰ ਅੰਦੋਲਨ ਦਾ ਧੁਰਾ ਬਣਾਉਣ ਵਾਸਤੇ ਪੰਜਾਬ ਦੇ ਵਿੱਚੋਂ ਨੁਮਾਇੰਦਗੀ ਇਹ ਸੋਚ ਕੇ ਮਤਲਬ ਵੱਧ ਆਦਮੀਆਂ ਨੂੰ ਦਿੱਤੀ ਗਈ ਤਾਂ ਕਿ ਇਹ ਗੱਲ ਮਤਲਬ ਠੀਕ ਢੰਗ ਨਾਲ ਰੱਖ ਸਕਣ। ਜਿਹਦੇ ਵਿੱਚ ਅਸੀਂ 2 ਆਏ, ਮੈਂ ਆਇਆ ਔਰ ਮਨਜੀਤ ਰਾਏ ਜੀ ਆਏ। ਔਰ ਉਸ ਤੋਂ ਬਾਅਦ ਸਾਡੀ ਫਿਰ ਇੱਕ ਇਹ ਸੋਚ ਬਣੀ, ਇੱਥੇ ਮੀਟਿੰਗ ਹੋਈ ਕਿ ਕੋਈ ਤਰੀਕਾ ਅਜਿਹਾ ਵਰਤਿਆ ਜਾਵੇ ਜਿਹਦੇ ਨਾਲ ਦੋਨੇ ਹੀ ਸੰਗਠਨਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਕਰਕੇ ਔਰ ਉਹਦੀ ਅਗਲੀ ਰੂਪਰੇਖਾ ਤਿਆਰ ਹੋਵੇ। ਉਹ ਮੀਟਿੰਗ ਹੋਈ ਸਾਡੀ 7 ਤਰੀਕ ਨੂੰ ਦਿੱਲੀ ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਇੱਕ ਸਾਂਝਾ ਬੈਨਰ ਤਿਆਰ ਕੀਤਾ ਗਿਆ ਔਰ ਉਸ ਬੈਨਰ ਦਾ ਨਾਂ ਰੱਖਿਆ ਗਿਆ ਸੰਯੁਕਤ ਕਿਸਾਨ ਮੋਰਚਾ। ਹੁਣ ਨਾ ਤੇ ਰਾਸ਼ਟਰੀ ਕਿਸਾਨ ਮਹਾਸੰਘ ਵੀ ਇੱਕ ਸਾਈਡ 'ਤੇ ਰਹਿ ਗਿਆ ਔਰ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਵੀ ਇੱਕ ਸਾਈਡ 'ਤੇ ਰਹਿ ਗਈ। ਹੁਣ ਕੇਵਲ ਮਤਲਬ ਮੁੱਦਾ ਆ ਗਿਆ ਸੰਯੁਕਤ ਕਿਸਾਨ ਮੋਰਚਾ। ਇਹ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਥੱਲੇ ਇਸ ਅੰਦੋਲਨ ਨੂੰ ਲੜਿਆ ਜਾਏਗਾ। ਅੱਗੇ ਜਾ ਕੇ ਸਾਰੇ ਸੰਗਠਨ ਫਿਰ ਇੰਡੀਪੈਂਡੈਂਟ ਆ, ਉਹ ਆਪਦਾ ਕੰਮ ਕਰਨਗੇ। ਲੇਕਿਨ ਇਸ ਮੋਰਚੇ ਦੇ ਵਿੱਚ ਜਦੋਂ ਅਸੀਂ ਦੱਸਿਆ ਸੰਯੁਕਤ ਕਿਸਾਨ ਮੋਰਚਾ, ਇਹਦੇ ਵਿੱਚ ਕਿੰਨੇ ਕੁ ਜਥੇਬੰਦੀਆਂ ਜੁੜ ਰਹੀਆਂ ਨੇ, ਵੀ ਕਿੰਨੇ ਕੁ ਮਤਲਬ ਕਿ ਮੇਰਾ ਕਹਿਣ ਦਾ ਮਤਲਬ ਹੈ ਵੀ ਕਿ ਇਹ ਕਿੰਨੇ ਕੁ ਕਿਸਾਨਾਂ ਦੀ ਜਿਹੜੀ ਆ ਉਹ ਨੁਮਾਇੰਦਗੀ ਕਰਨਗੇ, ਕਿ ਸਾਰੇ ਕਿਸਾਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਜਥੇਬੰਦੀ ਦੇ ਜ਼ਰੀਏ ਇਸ ਮੋਰਚੇ ਦਾ ਹਿੱਸਾ ਬਣਨਗੇ। ਦੇਖੋ ਟੋਟਲ ਜਿਹੜੀਆਂ ਜਥੇਬੰਦੀਆਂ ਜਿਹੜੀ ਸਮਝ ਆ ਰਹੀ ਹੈ ਨਿਕਲ ਕੇ ਉਹ ਇਹ ਹੈ ਕਿ 500 ਦੇ ਕਰੀਬ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਅੱਜ ਇੱਕ ਪਲੇਟਫਾਰਮ 'ਤੇ ਇਸ ਬੈਨਰ ਦੇ ਥੱਲੇ ਲੜਨਗੀਆਂ, ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ। ਠੀਕ ਹੈ। ਔਰ ਉਹ ਜਿਹੜੀ ਲੜਾਈ ਹੈ ਪੂਰੇ ਦੇਸ਼ ਦੀ ਲੜਾਈ ਹੋਏਗੀ। ਇਹ ਇਕੱਲਾ ਇਹ ਠੀਕ ਹੈ ਗੱਲ ਕਿ ਅੱਜ ਪੰਜਾਬ ਅਫੈਕਟਡ ਹੁੰਦਾ ਨਜ਼ਰ ਆ ਰਿਹਾ ਹੈ, ਹਰਿਆਣਾ ਅਫੈਕਟਡ ਹੁੰਦਾ ਨਜ਼ਰ ਆ ਰਿਹਾ ਹੈ, ਲੇਕਿਨ ਸਾਰੇ ਦੇਸ਼ ਦੇ ਕਿਸਾਨ ਇਹ ਸਮਝ ਚੁੱਕੇ ਨੇ ਕਿ ਇਹ ਇਕੱਲਾ ਹਰਿਆਣਾ ਜਾਂ ਪੰਜਾਬ ਨਹੀਂ ਹੈ। ਕਾਰਪੋਰੇਟਾਂ ਨੇ ਜ਼ਮੀਨਾਂ ਯੂਪੀ ਦੀਆਂ ਵੀ ਲੈਣੀਆਂ, ਕਾਰਪੋਰੇਟਾਂ ਨੇ ਜ਼ਮੀਨਾਂ ਬਿਹਾਰ ਦੀਆਂ ਵੀ ਲੈਣੀਆਂ, ਰਾਜਸਥਾਨ ਦੀਆਂ, ਸਾਰੀਆਂ ਸਟੇਟਾਂ ਨੂੰ ਉਹਨਾਂ ਨੇ ਹੱਥ ਪਾਉਣਾ ਹੈ। ਤੋ ਇਸ ਕਰਕੇ ਸਾਨੂੰ ਮਤਲਬ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ, ਜਿਹਦੇ 'ਚੋਂ ਸਾਨੂੰ ਯੂਪੀ ਵਾਲੇ ਸਾਥੀਆਂ ਨੇ ਵੀ ਵੱਡਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਮੱਧ ਪ੍ਰਦੇਸ਼ ਵਾਲੇ ਸਾਥੀਆਂ ਨੇ ਕਿਹਾ ਕਿ ਅਸੀਂ 10,000 ਕਿਸਾਨ ਲੈ ਕੇ ਮਤਲਬ ਮੱਧ ਪ੍ਰਦੇਸ਼ ਵਾਲੇ ਸਾਥੀ ਵੀ ਪਹੁੰਚਣਗੇ। ਉੱਧਰ ਸਾਡਾ ਰਾਜਸਥਾਨ ਵਾਲੇ ਜਿਹੜੇ ਸਾਡੇ ਵੀਰ ਕੱਲ੍ਹ ਨੂੰ ਮੀਟਿੰਗ 'ਚ ਆਉਣਗੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਵੱਡੀ ਪੱਧਰ ਦੇ ਉੱਤੇ ਟਰੈਕਟਰ ਟਰਾਲੀਆਂ ਦੇ ਰਾਹੀਂ ਆਪਦੇ ਕਿਸਾਨ ਲੈ ਕੇ ਆਵਾਂਗੇ। ਠੀਕ ਹੈ, ਮਤਲਬ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੋਂ ਇਹ ਵੱਖ-ਵੱਖ ਸੂਬਿਆਂ ਤੋਂ ਭਾਰਤ ਦੇ ਪੂਰੇ ਇੱਥੇ ਆ ਰਹੇ। ਮੈਂ ਕਹਿੰਦਾ ਜੀ ਮੱਧ ਪ੍ਰਦੇਸ਼ ਰਾਜਸਥਾਨ ਇਕੱਲਾ ਛੱਡ ਦਿਓ ਤੁਸੀਂ, ਇਹਦੇ ਵਿੱਚ ਗੁਜਰਾਤ ਤੋਂ ਵੀ ਕਿਸਾਨ ਹੋਣੇ ਨੇ, ਇਹਦੇ ਵਿੱਚ ਮਹਾਰਾਸ਼ਟਰ ਤੋਂ ਵੀ ਕਿਸਾਨ ਹੋਣੇ ਨੇ, ਇਹਦੇ ਵਿੱਚ ਕਰਨਾਟਕਾ ਤੋਂ ਵੀ ਕਿਸਾਨ ਹੋਣੇ ਆ, ਇਹਦੇ ਵਿੱਚ ਕੇਰਲਾ ਤੋਂ ਵੀ ਕਿਸਾਨ ਹੋਣੇ ਆ। ਇਹ ਕੋਈ ਸਟੇਟ ਐਸਾ ਨਹੀਂਗਾ ਜਿੱਥੋਂ ਕਿਸਾਨ ਇਹਦੇ ਵਿੱਚ ਨਾ ਹੋਣ। ਠੀਕ ਹੈ, ਮੈਂ ਪ੍ਰੇਮ ਜੀ ਤੋਂ ਗੱਲ ਕਰ ਲੈਂਦਾ ਕਿਉਂਕਿ ਪ੍ਰੇਮ ਜੀ ਦਾ ਰਾਬਤਾ ਜ਼ਿਆਦਾ ਰਹਿੰਦਾ ਹੋਣਾ ਬਾਹਰ ਦੇ, ਕਿਉਂਕਿ ਇਹ ਵੀ ਆਪ ਬਾਹਰ ਤੋਂ ਹੈ, ਪੰਜਾਬ ਤੋਂ ਬਾਹਰ ਦੇ ਨੇ। ਸੋ ਮੈਂ ਜਾਣਨ ਦੀ ਕੋਸ਼ਿਸ਼ ਕਰਨਾ ਕਿ ਪੰਜਾਬ ਤੋਂ ਬਾਹਰ ਦੇ ਜਿਹੜੇ ਕਿਸਾਨ ਨੇ ਜਿੱਦਾਂ ਤੁਸੀਂ ਹੋ, ਉਹ ਪੰਜਾਬ ਨੂੰ ਕਿੱਦਾਂ ਵੇਖਦੇ ਆ, ਹੁਣ ਕਿਸ ਨਜ਼ਰੀਏ ਨਾਲ ਵੇਖਦੇ ਆ? देखिए पंजाब जो है एक आंदोलन की भूमि तो रही है। यहाँ शहीद आजम भगत सिंह पैदा हुए और पंजाब का जो ये मूवमेंट है शुरू हुआ पंजाब से, लेकिन ये पूरे देश का मूवमेंट इस समय बन गया है। और ये मतलब कि बाहर के जो किसान हैं वो कह रहे हैं कि ये मूवमेंट जो है हमें इसमें सहयोग देना चाहिए। बिल्कुल, इनके साथ कंधे से कंधा मिला करके पूरा देश खक के किसान और पूरे देश के मजदूर
पूरे देश के मेहनतकश, पूरे देश के महिला पुरुष वो इसके साथ खड़े हुए हैं। अगर ये किसान नहीं बचेगा तो देश में आज आप बैठे मेरे सामने, मैं हूँ या कोई और भी है, वो बचेंगे कहाँ से? आप ये बताइए कि ये कॉरपोरेट घराने जिनका मोदी रिप्रेजेंटेटिव है, तो ये उनको ज़मीन देने पे उतारू है। मतलब कि आप मोदी को ये कह रहे हैं कि एक कॉर्पोरेट घरानों का ये रिप्रेजेंटेटिव है। ड्राइवर है ये उनकी गाड़ी का ड्राइवर है। अच्छा, वो पीछे बैठे हुए हैं, रिमोट उनके पास में है, ठीक है, ये उनका ड्राइवर है। ठीक है। मतलब कि मोदी जो है, नरेंद्र मोदी वो ड्राइवर है, गाड़ी ड्राइव कर रहे हैं और हाँ। पीछे बैठे हैं वो मर्सिडीज के पिछली सीट पे वो कॉर्पोरेट घराने बैठे हाँ, हैं। वो उनके पास रिमोट भी है कि ऐसे चलो ऐसे चलो। ठीक है। ये जितने भी बिल बनाए हैं सब उन्होंने बनाए हैं, इनके मंत्रियों ने नहीं बनाए। इन्होंने तो सिर्फ ये कहा कि ठीक है कानून बनाओ, पास कर दो। ठीक है। किसी किसान से भी, किसी किसान संगठन से भी नहीं पूछा गया। ये फांसीवादी सरकार है, इसको देश के किसान कतई बर्दाश्त नहीं करेंगे। आर पार की लड़ाई होनी है ये। बिल्कुल ਇਹ ਗੱਲ ਤਾਂ ਬਿਲਕੁਲ ਸੱਚੀ ਲੱਗਦੀ ਹੈ ਦੋਸਤੋ ਕਿ ਕੋਈ ਵੀ ਕਾਨੂੰਨ ਬਣਾਉਣਾ ਹੈ, ਜਿਨ੍ਹਾਂ ਵਾਸਤੇ ਬਣਾਉਣਾ ਹੈ ਤਾਂ ਉਹਦੇ ਨਾਲ ਇੱਕ ਵਾਰੀ ਰਾਬਤਾ ਜ਼ਰੂਰ ਕਾਇਮ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਜ਼ਮੀਨੀ ਪੱਧਰ ਦੀ ਜਿਹੜੀ ਸਮਝ ਹੈ, ਜਿਨ੍ਹਾਂ ਦਾ ਵਾਹ ਵਾਸਤਾ ਰੋਜ਼ਾਨਾ ਤੌਰ ਦੇ ਉੱਤੇ ਪੈਂਦਾ। ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲ ਬਿਲਕੁਲ ਪ੍ਰੇਮ ਜੀ ਨੇ ਵਾਜਬ ਕੀਤੀ ਹੈਗੀ ਆ ਵੀ ਜੇ ਬਿੱਲ ਬਣਾਤੇ ਤਾਂ ਇੱਕ ਵਾਰੀ ਤਾਂ ਚਲੋ ਰਾਬਤਾ ਕਰ ਲੈਂਦੇ। ਹੁਣ ਤੁਸੀਂ ਦਿੱਲੀ ਗਏ ਸੀਗੇ, ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਵਿੱਚ ਇਹ ਜਿਹੜੇ ਸਾਰੇ ਪੱਖ ਸੀਗੇ ਵੀ ਕਿਸ ਤਰੀਕੇ, ਕਿਉਂਕਿ 7 ਘੰਟੇ ਲੰਮੀ ਮੀਟਿੰਗ ਚੱਲੀ ਹੈ ਨਾ ਜੀ, ਬਹੁਤ ਸਾਰੇ ਪੱਖ ਤੁਸੀਂ ਰੱਖੇ ਹੋਣੇ ਆ। ਮੈਨੂੰ ਥੋੜ੍ਹਾ ਜਿਹਾ ਤੁਸੀਂ ਜ਼ਰੂਰ ਦੱਸੋ ਦਰਸ਼ਕਾਂ ਨੂੰ ਕਿ ਜਿਹੜੇ ਮੇਨ ਮੁੱਦੇ ਸੀਗੇ ਉੱਥੇ, ਉਹ ਬੜਾ ਦਰਸ਼ਕਾਂ ਵਾਸਤੇ ਬੜਾ ਦਿਲਚਸਪ ਹੋਊਗਾ ਉਹ ਵੀ ਕਿਸ ਤਰੀਕੇ ਨਾਲ ਹੋਈ ਗੱਲਬਾਤ ਉੱਥੇ। ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਤੁਹਾਡੇ ਜਵਾਬ ਦੇ ਵਿੱਚ ਕਿ ਕਿਸਾਨਾਂ ਨੂੰ ਕਹਿ ਰਹੇ ਨੇ ਤੁਹਾਡੇ ਪੱਖ 'ਚ ਨੇ ਕਾਨੂੰਨ, ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਨੇ। ਜੇ ਉਹ ਫਾਇਦੇਮੰਦ ਹੈ, ਸਾਡੇ ਲਈ ਫਾਇਦੇਮੰਦ ਹੈ, ਤੇ ਅਸੀਂ ਉਹਨਾਂ ਨੂੰ ਪੂਰਾ ਭਾਰਤ, ਇਕੱਲੇ ਅਸੀਂ ਨਹੀਂ, ਭਾਰਤ ਦਾ ਹਰ ਬੁੱਧੀਜੀਵੀ ਵਰਗ, ਹਰ ਐਜੂਕੇਟ ਵਿਅਕਤੀ ਇਹਦਾ ਵਿਰੋਧ ਕਰ ਰਿਹਾ ਹੈ ਕਿ ਇਕੱਲੀ ਭਾਜਪਾ ਨੂੰ ਇਹ ਪੜ੍ਹਨਾ ਆਉਂਦਾ ਹੈ, ਉਹ ਆਮ ਲੋਕਾਂ ਨੂੰ ਇਹ ਪੜ੍ਹਨਾ ਨਹੀਂ ਆਉਂਦਾ। ਸਾਰੇ ਸਮਾਜ ਨੇ ਇਹਨੂੰ ਪੜ੍ਹ ਲਿਆ, ਇਹਨੂੰ ਚੰਗੀ ਤਰ੍ਹਾਂ ਸਮਝ ਲਿਆ, ਔਰ ਦੇਸ਼ ਵਿਰੋਧੀ ਆ, ਲੋਕ ਵਿਰੋਧੀ ਆ, ਆਮ ਜਨ ਲੋਕਾਂ ਦੇ ਲਈ ਵੀ ਇਹ ਖਿਲਾਫ ਜਾ ਰਿਹਾ ਕਾਨੂੰਨ। ਇੱਕ ਗੱਲ। ਦੂਸਰੀ ਗੱਲ ਹੈ, ਜਿਹੜਾ ਅਸੀਂ ਮੀਟਿੰਗ ਦੇ ਵਿੱਚ ਗਏ ਆ, ਮੀਟਿੰਗ ਦੇ ਵਿੱਚ ਸਾਨੂੰ ਪਤਾ ਸੀ, ਪਹਿਲਾਂ ਹੀ ਇੱਥੋਂ ਹੀ ਪਤਾ ਸੀ ਇਹ ਗੱਲ ਕਿ ਦੇਖੋ, ਪਹਿਲਾਂ ਤਾਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹਨਾਂ ਨੇ ਇਹ ਪ੍ਰਚਾਰ ਕੀਤਾ ਕਿ ਰਾਜਨਾਥ ਜੀ ਮੀਟਿੰਗ ਬੁਲਾ ਰਹੇ ਆ। ਰਾਜਨਾਥ ਜੀ ਨੇ ਮੀਟਿੰਗ ਬੁਲਾਈ ਹੈ, ਰਾਜਨਾਥ ਜੀ ਦੇ ਘਰੇ ਮੀਟਿੰਗ ਹੋਏਗੀ, ਬੜੇ ਇਸ ਤਰ੍ਹਾਂ ਦੇ ਮਾਹੌਲ 'ਚ ਹੋਏਗੀ, ਉਸ ਤਰ੍ਹਾਂ ਦੇ ਮਾਹੌਲ। ਚਲੋ, ਉਸ ਤੋਂ ਬਾਅਦ ਜਦੋਂ ਸਾਨੂੰ ਚਿੱਠੀ ਆਉਂਦੀ ਹੈ, ਚਿੱਠੀ ਦੇ ਵਿੱਚੋਂ ਰਾਜਨਾਥ ਜੀ ਦਾ ਨਾਮ ਮਤਲਬ ਕੱਢ ਦਿੱਤਾ ਜਾਂਦਾ ਹੈ, ਗਾਇਬ ਹੋ ਜਾਂਦਾ ਹੈ। ਤਾਂ ਅਸੀਂ ਸਮਝਦੇ ਸੀਗੇ ਕਿ ਇਹ ਜਿਹੜੀ ਚਿੱਠੀ ਹੈ ਇਹ ਸੁਨੇਹਾ ਦਿੰਦੀ ਹੈ ਕਿ ਮੀਟਿੰਗ ਦੇ ਵਿੱਚੋਂ ਕੁਝ ਨਿਕਲਣਾ ਨਹੀਂ। ਤੁਹਾਨੂੰ ਪਹਿਲਾਂ ਹੀ ਪਤਾ ਸੀਗਾ। ਹਾਂ, ਲੇਕਿਨ ਇਹ ਵੀ ਨਾਲ ਸੀਗਾ ਕਿ ਜੇ ਅਸੀਂ ਇਹ ਮੀਟਿੰਗ ਅਟੈਂਡ ਨਾ ਕੀਤੀ ਤਾਂ ਸਾਡੇ ਖਿਲਾਫ ਇੱਕ ਤਰ੍ਹਾਂ ਦਾ ਪ੍ਰਚਾਰ ਸ਼ੁਰੂ ਹੋਏਗਾ ਕਿ ਕਿਸਾਨ ਜਥੇਬੰਦੀਆਂ ਸਾਡੇ ਨਾਲ ਗੱਲ ਨਹੀਂ ਕਰਦੀਆਂ, ਸਾਡੇ ਦਰਵਾਜ਼ੇ ਖੁੱਲ੍ਹੇ ਨੇ ਤੇ ਕਿਸਾਨ ਜਥੇਬੰਦੀਆਂ ਸਾਨੂੰ ਸਾਡੀ ਗੱਲ ਨਹੀਂ ਸੁਣਨੀਆਂ ਚਾਹੁੰਦੀਆਂ। ਆਪ ਖੁਦਰੇ ਨੇ, ਆਪ ਖੁਦਰੇ ਵੀ ਕਹਿਣਾ ਸੀ ਸਾਨੂੰ, ਜਿਵੇਂ ਪਹਿਲਾਂ ਬਲੇਮ ਕੀਤਾ ਜਾ ਰਿਹਾ ਹੈ ਕਿ ਪੋਲੀਟੀਕਲ ਲੋਕਾਂ ਦੇ ਇਸ਼ਾਰੇ 'ਤੇ ਚੱਲ ਰਹੇ ਨੇ, ਫਿਰ ਇਹ ਗੱਲ ਹੋਰ ਵੀ ਮਤਲਬ ਉਹਨਾਂ ਨੇ ਪੱਕੀ ਕਰਨੀ ਸੌਖੀ ਹੋ ਜਾਣੀ ਸੀ। ਤਾਂ ਉਹ ਗੱਲ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਸਰਕਾਰ ਆਪਦੀ ਇਸ ਨੀਤੀ 'ਚ ਕਾਮਯਾਬ ਨਾ ਹੋਵੇ, ਚਾਹੇ ਸਾਨੂੰ ਮੀਟਿੰਗ 'ਚੋਂ ਕੁਝ ਮਿਲੇ ਚਾਹੇ ਨਾ ਮਿਲੇ, ਸਾਨੂੰ ਮੀਟਿੰਗ ਕਰਨੀ ਚਾਹੀਦੀ ਹੈ। ਮੀਟਿੰਗ ਦੇ ਵਿੱਚ ਗਏ, ਜਿਸ ਵੇਲੇ ਮੀਟਿੰਗ ਦੇ ਵਿੱਚ ਗਏ ਹਾਂ, ਸਾਡੇ ਆਗੂਆਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਪੱਖ ਰੱਖਿਆ ਔਰ ਬਹੁਤ ਠੋਕ ਕੇ ਪੱਖ ਰੱਖਿਆ, ਜਿਹਦੇ ਵਿੱਚ ਜਦੋਂ ਇਹ ਕਾਨੂੰਨ ਦੀ ਗੱਲ ਚੱਲੀ ਹੈ, ਇਹ 3 ਕਾਨੂੰਨਾਂ ਦੀ, ਤਾਂ ਜਦੋਂ ਇਹਨੂੰ ਅਸੀਂ ਬਿਲਕੁਲ ਉਹਨਾਂ ਦੇ ਸਾਹਮਣੇ ਖੋਲ੍ਹ ਕੇ ਰੱਖੀ ਗੱਲ, ਉਹ ਦੋਨੇ ਹੀ ਮੰਤਰੀ ਔਰ ਉਹਨਾਂ ਦੇ ਜਿਹੜੇ ਹੋਰ ਆਫੀਸਰ ਸਾਹਿਬਾਨ ਸੀਗੇ ਉਹ ਲਾਜਵਾਬ ਹੋਏ, ਉਹਨਾਂ ਨੂੰ ਸਾਡੀ ਗੱਲ ਦਾ ਜਵਾਬ ਨਹੀਂ ਆਇਆ। ਇਸ ਗੱਲ ਦੇ ਉੱਤੇ ਉਹਨਾਂ ਨੂੰ ਜਦੋਂ ਜਵਾਬ ਨਹੀਂ ਆਇਆ, ਫਿਰ ਉਹਨਾਂ ਦੀ ਗੱਲ ਕੀ ਸੀਗੀ ਕਿ ਹੋਰ ਕੋਈ ਰਸਤਾ ਨਹੀਂ ਨਜ਼ਰ ਆਇਆ। ਜਦੋਂ ਬਾਪੂ ਜੀ ਮੰਤਰੀਆਂ ਦੇ ਪਿੱਛੇ ਹੋਰ ਬੜੇ ਪੜ੍ਹੇ ਲਿਖੇ ਉਹਨਾਂ ਦੇ ਸਲਾਹਕਾਰ ਹੀ ਬੈਠੇ ਹੁੰਦੇ ਆ, ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ। ਇਹ ਗੱਲਾਂ ਦਾ ਜਵਾਬ ਹੈ ਹੀ ਨਹੀਂ ਕਿਸੇ ਕੋਲ ਉਹਨਾਂ ਕੋਲੇ। ਉਹ ਕੀ ਕਰਨ, ਮੈਂ ਤੁਹਾਨੂੰ ਦੱਸਦਾ, ਤੁਸੀਂ ਦੱਸੋ ਜੇ ਵੀ ਜਵਾਬ ਦੇਣਗੇ ਤਾਂ ਕਿਵੇਂ ਦੇਣਗੇ। ਉਹ ਕਹਿੰਦੇ ਨੇ ਵੀ ਇਹ ਕਾਨੂੰਨ ਕਿਸਾਨ ਪੱਖੀ ਹੈ। ਇਹਦੇ ਵਿੱਚ ਇੱਕ ਲਾਈਨ ਹੈ, 2 ਕਾਨੂੰਨਾਂ ਦੇ ਵਿੱਚ ਲਾਈਨਾਂ ਪਾਈਆਂ, ਉਹ ਇੱਕ ਦੀ 15ਵੀਂ ਧਾਰਾ ਹੈ, ਇੱਕ ਦੀ 18ਵੀਂ ਧਾਰਾ ਹੈ। ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਅਗਰ ਕਿਸਾਨ ਦਾ ਤੇ ਫਸਲ ਖਰੀਦਣ ਵਾਲੇ ਦਾ, ਅਗਰ ਕਿਸਾਨ ਦਾ ਤੇ ਜ਼ਮੀਨ ਠੇਕੇ ਤੇ ਲੈਣ ਵਾਲੇ ਦਾ, ਦੋਹਾਂ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੋਈ ਡਿਸਪਿਊਟ ਹੋ ਜਾਂਦਾ ਹੈ ਤਾਂ ਉਹ ਕਿਸਾਨ ਕੋਰਟ ਨਹੀਂ ਜਾ ਸਕੂਗਾ। ਉਹ ਹੁਣ ਇਸੇ ਗੱਲ ਨੂੰ ਤੁਸੀਂ ਪੁੱਛ ਲਓ ਕਿਸੇ ਤੋਂ ਵੀ, ਭਾਜਪਾ ਦੇ ਲੀਡਰ ਤੋਂ, ਵੀ ਕੋਰਟ ਜਾਣ ਦਾ ਰਸਤਾ ਬੰਦ ਕਰਨਾ, ਕੀ ਇਹ ਲੋਕ ਪੱਖੀ ਹੈ ਲਾਈਨ? ਪਹਿਲੀ ਗੱਲ। ਦੂਜੀ ਗੱਲ ਹੈ, ਇਹਦੇ 'ਚ ਇਹ ਕਿਹਾ ਵੀ ਜਿਹੜੇ ਤੁਹਾਡੀ ਫਸਲ ਖਰੀਦਣ ਆਉਣਗੇ
ਉਹਨਾਂ ਤੇ ਮਾਰਕੀਟ ਕਮੇਟੀ ਦਾ ਕਾਨੂੰਨ ਲਾਗੂ ਨਹੀਂ ਹੋਏਗਾ। ਕਿਉਂ ਵੀ ਮਾਰਕੀਟ ਕਮੇਟੀ ਦਾ ਕਾਨੂੰਨ ਸਾਡੇ ਲੋਕਾਂ ਵਾਸਤੇ ਬਣਿਆ ਹੈ, ਕਿਸਾਨ ਦੀ ਸੇਫ ਸਾਈਡ ਵਾਸਤੇ ਬਣਿਆ ਹੈ। ਉਹਦੇ ਤੋਂ ਉਹਨੂੰ ਮੁਕਤ ਕਰਨਾ ਆਪਣੇ ਆਪ ਦੇ ਵਿੱਚ ਇੱਕ ਸਿੱਧਾ ਮੈਸੇਜ ਹੈ ਕਿ ਉਹਨੂੰ ਕਾਨੂੰਨ ਤੋਂ ਮੁਕਤ ਕਰਕੇ ਇਹ ਇਸ਼ਾਰਾ ਦਿੱਤਾ ਹੈ ਕਿ ਤੂੰ ਕਿਸਾਨ ਨਾਲ ਜਿਵੇਂ ਮਰਜ਼ੀ ਠੱਗੀ ਮਾਰ ਲਾ, ਜਿਵੇਂ ਮਰਜ਼ੀ ਪੈਸੇ ਲੈ ਕੇ ਭੱਜ ਜਾ। ਇਹ ਤੇਰੇ ਨਾ ਤਾਂ ਮਾਰਕੀਟ ਕਮੇਟੀ ਦਾ ਕਾਨੂੰਨ ਕੋਈ ਤੇਰੇ ਖਿਲਾਫ ਭੁਗਤੇ ਤੇ ਨਾ ਹੀ ਜਿਹੜੀ ਕੋਰਟ ਹੈ, ਕੋਰਟ ਦੇ ਵਿੱਚ ਕਿਸਾਨ ਜਾ ਸਕੇ। ਲੇਕਿਨ ਉਹਨਾਂ ਦੇ ਜਿਹੜੇ ਆਗੂ ਨੇ ਸੰਪਲਾ ਜੀ ਦਾ ਵੀ ਪਿੱਛੇ ਜੇ ਮੀਡੀਆ ਦੇ ਵਿੱਚ ਆ ਰਹੇ ਸੀਗੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਹਿੰਦੇ ਕੋਈ ਨਹੀਂ ਰੋਕ ਸਕਦਾ, ਕਹਿੰਦੇ ਹਿੰਦੁਸਤਾਨ ਦੇ ਨਾਗਰਿਕ ਨੂੰ, ਕਹਿੰਦੇ ਕੋਰਟ ਤਾਂ ਸਾਰਿਆਂ ਵਾਸਤੇ ਖੁੱਲ੍ਹਾ ਹੀ ਹੁੰਦਾ, ਆਖਰੀ ਰਸਤਾ ਕਹਿੰਦੇ ਕੋਰਟ ਦਾ, ਕਹਿੰਦੇ ਕੋਈ ਵੀ ਜਾ ਸਕਦਾ। ਤੇ ਤੁਹਾਨੂੰ ਲੱਗਦਾ ਵੀ ਉਹ ਜ਼ਬਾਨੀ ਤਾਂ ਕਹੀ ਜਾਂਦੇ ਆ ਤੇ ਲਿਖਿਆ ਉਹਨਾਂ ਨੇ ਕੁਝ ਹੋਰ ਹੈਗਾ? ਹਾਂ, ਬਹੁਤ ਗੱਲਾਂ ਕੁਝ ਹੋਰ ਲਿਖੀਆਂ ਨੇ। ਦੇਖੋ ਮੈਂ ਹੋਰ ਲਿਖੇ ਦੀ ਗੱਲ ਦੱਸਦਾ। ਇਹ ਕਹਿੰਦੇ ਨੇ ਜ਼ਬਾਨੀ, ਇਹ ਕਹਿੰਦੇ ਨੇ ਵੀ ਕਿਸਾਨ ਦੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦਾ। ਹੁਣ ਉਹਦੇ ਕਾਨੂੰਨ 'ਚ ਲਿਖਿਆ ਕੀ ਹੈ? ਕਹਿੰਦੇ ਕਿਸਾਨ ਦੀ ਜ਼ਮੀਨ ਤੇ ਸਟਰਕਚਰ ਖੜਾ ਹੋ ਸਕਦਾ ਹੈ। ਜਿਹੜਾ ਸਟਰਕਚਰ ਖੜਾ ਹੋਊਗਾ ਉਸ ਸਟਰਕਚਰ ਦੇ ਅਗੇਂਸਟ ਤੁਸੀਂ ਬੀਮਾ ਪਾਲਿਸੀ ਵੀ ਲੈ ਸਕਦੇ ਹੋ। ਉਹਦੇ ਅਗੇਂਸਟ ਤੁਸੀਂ ਲੋਨ ਦੀ ਬਜਾਏ ਸ਼ਬਦ ਇਹ ਵਰਤਤਾ ਕਿ ਤੁਸੀਂ ਕ੍ਰੈਡਿਟ ਲੈ ਸਕਦੇ ਹੋ ਕਿਸੇ ਕੰਪਨੀ ਤੋਂ। ਕ੍ਰੈਡਿਟ ਸ਼ਬਦ ਦਾ ਕੀ ਅਰਥ ਹੈ? ਉਧਾਰ। ਉਧਾਰ ਆ ਤਾਂ ਕਰਜ਼ਾ ਹੈ। ਤਾਂ ਯਾਨੀ ਕਿਸਾਨ ਨੂੰ ਭੰਬਲ ਭੂਸੇ 'ਚ ਪਾਉਣ ਵਾਸਤੇ ਕ੍ਰੈਡਿਟ ਸ਼ਬਦ ਲਿਖਤਾ, ਇਸ ਸਟਰਕਚਰ ਵਾਸਤੇ ਲਿਖਤਾ। ਤੇ ਇਹ ਕਹਿੰਦਾ ਵੀ ਕਿਸਾਨ ਦੀ ਜ਼ਮੀਨ 'ਤੇ ਤਾਂ ਕਰਜ਼ਾ ਨਹੀਂ ਲਿਆ, ਇਹ ਤਾਂ ਸਟਰਕਚਰ 'ਤੇ ਲਿਆ ਹੈ। ਤੇ ਸਟਰਕਚਰ ਕਿੱਥੇ ਖੜਾ? ਕਿਸਾਨ ਦੀ ਜ਼ਮੀਨ 'ਤੇ ਖੜਾ ਹੈ। ਸਟਰਕਚਰ ਆਸਮਾਨ ਦੇ ਵਿੱਚ ਖੜਾ ਹੈ। ਸੋ ਇਹ ਸਰਕਾਰ ਨੇ ਬੜੀ ਮਤਲਬ ਸੀਰੀਅਸਲੀ ਬੜਾ ਸੋਚ ਵਿਚਾਰ ਕੇ ਕਾਨੂੰਨ ਲੈ ਕੇ ਆਂਦਾ ਕਿ ਇੱਕ ਇੱਕ ਸ਼ਬਦ ਨੂੰ ਬੜਾ ਸੋਚ ਕੇ ਲਿਖਿਆ ਗਿਆ ਹੈ ਤਾਂ ਕਿ ਆਮ ਪਬਲਿਕ ਇਹਨੂੰ ਸਮਝ ਨਾ ਸਕੇ। ਔਰ ਇਹਦੇ ਵਿੱਚ ਬਹੁਤ ਗੱਲਾਂ ਨੇ ਇਹੋ ਜਿਹੀਆਂ ਕਾਨੂੰਨ ਦੇ ਵਿੱਚ ਜਿਹੜੀਆਂ ਆਪਣੇ ਆਪ ਅੱਗੇ ਜਾ ਕੇ ਸਿੱਧ ਕਰਦੀਆਂ ਹੈ ਕਿ ਵੀ ਕਿਸਾਨ ਨੂੰ ਮਾਰ ਪੈਣੀ ਹੈ। ਤੋ ਇਸ ਗੱਲ ਦੇ ਉੱਤੇ ਜਦੋਂ ਬਹਿਸ ਹੋਈ ਉੱਥੇ ਉਹਨਾਂ ਦੇ ਕੋਲੇ ਫਿਰ ਕੋਈ ਜਵਾਬ ਨਹੀਂ ਸੀ। ਉਹਨਾਂ ਕਿਸੇ ਦੇ ਕੋਲੇ ਵੀ ਇਹਨਾਂ ਕੋਲੇ ਜਵਾਬ ਨਹੀਂ ਇਹਨਾਂ ਗੱਲਾਂ ਦਾ। ਤਾਂ ਉਹ ਜਦੋਂ ਜਵਾਬ ਨਾ ਦੇ ਸਕੇ, ਇੱਕੋ ਹੀ ਬਹਾਨਾ ਸੀ ਉਹਨਾਂ ਕੋਲੇ, ਚਲੋ ਜੀ ਹੁਣ ਆਪਾਂ ਚਾਹ ਪੀਂਦੇ ਹਾਂ। ਚਾਹ ਦੇ ਬਹਾਨੇ ਨਾਲ ਉਹ ਮੀਟਿੰਗ ਨੂੰ ਮਤਲਬ ਰੱਦ ਕਰਤਾ। ਫਿਰ ਉਹਨਾਂ ਨੇ ਯਤਨ ਕਰਨਾ ਸ਼ੁਰੂ ਕੀਤਾ, ਚਲੋ ਜੀ ਠੀਕ ਹੈ ਤੁਹਾਡੀ ਗੱਲ ਅਸੀਂ ਸਮਝ ਲਈ ਹੈ। ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਚਾਹ, ਉਹਨਾਂ ਨੇ ਕਿਹਾ ਵੀ ਚਾਹ ਪੀ ਲਵੇ, ਸੋਚਦੇ ਹੋਣੇ ਵੀ ਚਲੋ ਹੁਣ ਚਾਹ ਦੇ ਬਹਾਨੇ ਸੀ ਇੰਨਾ ਪਲਾਨਿੰਗ ਕਰਦੇ ਵੀ ਕੀ ਜਵਾਬ ਦੇਣਾ ਅੱਗੇ, ਹੁਣ ਕੀ ਚੱਲਣਾ ਹੈ। ਫਿਰ ਉਹ ਇਹ ਮੁੱਦੇ ਤੋਂ ਹੀ ਭਟਕਾ ਕੇ ਉਹਨਾਂ ਨੇ ਉਸ ਸਾਰੇ ਦੀ ਸਾਰੀ ਮੀਟਿੰਗ ਨੂੰ ਇੱਧਰਲੇ ਪਾਸੇ ਨੂੰ ਲਿਜਾਣ ਦਾ ਯਤਨ ਕੀਤਾ ਕਿ ਦੇਖੋ ਜੀ ਤੁਸੀਂ ਟ੍ਰੇਨਾਂ ਛੱਡੋ, ਤੁਹਾਨੂੰ ਮਤਲਬ ਜਿਹੜੀਆਂ ਹੈਗੀਆਂ ਮਾਲ ਗੱਡੀਆਂ ਉਦੋਂ ਛੱਡਾਂਗੇ ਜਦੋਂ ਤੁਸੀਂ ਮਤਲਬ ਪੈਸੇਂਜਰ ਟ੍ਰੇਨ ਛੱਡੋਗੇ। ਫਿਰ ਇਹਦੇ 'ਤੇ ਬਹਿਸ ਹੁੰਦੀ ਰਹੀ। ਯਾਨੀ 7 ਘੰਟੇ ਦੀ ਜਿਹੜੀ ਲੰਬੀ ਬਹਿਸ ਚੱਲੀ ਹੈ ਉਹ ਇਹੋ ਜਿਹੀਆਂ ਗੱਲਾਂ 'ਤੇ। ਅੱਗੇ ਜਾ ਕੇ ਉਹਨਾਂ ਨੇ ਇਹ ਪ੍ਰਪੋਜ਼ਲ ਰੱਖਤੀ ਸਾਡੇ ਕਿਸਾਨਾਂ ਦੇ ਸਾਹਮਣੇ ਕਿ ਵੀ ਤੁਸੀਂ ਕਮੇਟੀ ਬਣਾ ਦਿੰਦੇ ਆ ਜੀ ਤੁਹਾਡੀ। ਮੈਂ ਇੱਕ ਵਾਰੀ ਪ੍ਰੇਮ ਜੀ ਤੋਂ ਵੀ ਪੁੱਛ ਲਾਂ ਇਹ ਚੀਜ਼। ਪ੍ਰੇਮ ਜੀ ਮੈਨੂੰ ਇੱਕ ਚੀਜ਼ ਜ਼ਰੂਰ ਦੱਸੋ, ਇੱਥੇ ਜਿੱਥੇ ਟ੍ਰੇਨਾਂ ਦੀ ਗੱਲ ਚੱਲੀ ਹੈ, ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਮਾਲ ਗੱਡੀਆਂ ਚੱਲਣ ਦੇਵਾਂਗੇ ਪੰਜਾਬ ਦੇ ਵਿੱਚ, ਕਿ ਯਾਤਰੀ ਗੱਡੀਆਂ ਨਹੀਂ ਚੱਲਣ ਦੇਣੀਆਂ। ਔਰ ਕਰੋਨਾ ਦੇ ਵਿੱਚ ਵੀ ਯਾਤਰੀ ਗੱਡੀਆਂ ਨਹੀਂ ਚੱਲੀਆਂ ਸੀਗੀਆਂ, ਮਾਲ ਗੱਡੀਆਂ ਚੱਲੀਆਂ ਸੀਗੀਆਂ। ਕੇਂਦਰ ਸਰਕਾਰ ਕਹਿ ਰਹੀ ਹੈ ਤੇ ਅਸੀਂ ਚਲਾਵਾਂਗੇ ਤਾਂ ਦੋਨੋਂ ਹੀ ਚੱਲਣਗੀਆਂ, ਨਹੀਂ ਤਾਂ ਕੋਈ ਵੀ ਨਹੀਂ ਚੱਲੇਗੀ। ਤੁਸੀਂ ਜਿਹੜਾ ਬਾਹਰ ਦਾ ਕਿਸਾਨ ਹੈਗਾ, ਪੰਜਾਬ ਤੋਂ ਬਾਹਰ ਦਾ, ਕਿਵੇਂ ਵੇਖਦਾ ਕਿ ਕਿਸਾਨ, ਉਹ ਇਹ ਵੇਖਦਾ ਕਿ ਕਿਸਾਨ ਅੜੀਅਲ ਕਰ ਰਹੇ ਨੇ, ਜਾਂ ਇਹ ਵੇਖਦਾ ਕਿ ਕਿਸਾਨ ਜਿਹੜੀ ਕੇंद्र सरकार हैगी है वो अड़ियल हैगी है? देखिए, केंद्र सरकार पूरी तरह से जो है पंजाब के लोगों के साथ में अन्याय कर रही है, पंजाब के किसानों के साथ में अन्याय कर रही है, यहाँ के मजदूरों के साथ में अन्याय कर रही है। जो है माल गाड़ी चलाने के लिए किसानों ने बहुत पहले ही कह दिया था, सहमति थी कि चलाइए। वो हट भी गए वहाँ से, वो हट करके अलग बैठ भी गए, लेकिन इनकी जिद है कि हम दोनों गाड़ी चलाएंगे। हमने कहा है कि भाई ठीक है, पहले माल गाड़ी चलाइए आप, उसके बाद इस पर सोचा जाएगा। एक कदम आगे बढ़ाया जाए। हाँ, एक कदम आगे बढ़ाइए आप। तो ये तो जरूरत तो हमारी भी है, सवारी गाड़ी की तो, उनकी तो नहीं, हमारी ज़्यादा है। लेकिन ये केवल बहाना है, क्योंकि इस मूवमेंट को फेल करने का एक बहुत बड़ा बहाना है, जो सरकार की जो है नाकामी है। सरकार जो है पीछे हट रही है, मतलब बातचीत से बच रही है, वो जो कि बहुत ही ਤੰਗ ਕਰਨੇ के लिए किया जा रहा किसानों को। हाँ जी। ਬਾਪੂ ਜੀ, ਉਸ ਤੋਂ ਬਾਅਦ ਕੀ ਹੋਇਆ? ਮੈਂ ਦਿਲਚਸਪ ਗੱਲਾਂ ਜਿਹੜੀ ਸਾਡੇ ਦਰਸ਼ਕਾਂ ਤੱਕ ਜਾਣੀ ਚਾਹੀਦੀਆਂ ਉਹਦੇ ਉੱਤੇ ਅਸੀਂ ਗੱਲ ਕਰ ਲਈਏ। ਰੇਲਾਂ ਦੀ ਗੱਲ ਕਰ ਰਹੇ ਸੀਗੇ, ਉਸ ਤੋਂ ਬਾਅਦ ਫਿਰ ਅੱਗੇ ਕੀ ਗੱਲ ਰੱਖੀ ਉਹਨਾਂ ਨੇ? ਫਿਰ ਦੇਖੋ, ਰੇਲਾਂ ਦੇ ਮੁੱਦੇ ਦੇ ਉੱਤੇ ਆ ਕੇ ਜਦੋਂ ਜਥੇਬੰਦੀਆਂ ਨੇ ਆਪਣਾ ਕਲੀਅਰ ਕੱਟ ਫੈਸਲਾ ਦਿੱਤਾ ਕਿ ਚਾਹੇ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ 2 ਟ੍ਰੇਨਾਂ ਛੱਡ ਦਿਓ। 2 ਟ੍ਰੇਨਾਂ ਦੀ ਜਦੋਂ ਗੱਲ ਆਈ ਤੇ ਸਾਡੇ ਸਾਰੇ ਆਗੂਆਂ ਨੇ, ਮਤਲਬ ਭਾਵੇਂ
ਬਹੁਤਾ ਹਿੱਸਾ ਵਿੱਚ ਨਹੀਂ ਵੀ ਚਾਹੁੰਦੇ ਸੀਗੇ ਵੀ ਸਾਰੀਆਂ ਟ੍ਰੇਨਾਂ ਸਾਨੂੰ ਆਪਣਾ ਪੈਸੇਂਜਰ ਟ੍ਰੇਨ ਨਹੀਂ ਛੱਡਣੀ ਚਾਹੀਦੀ। ਲੇਕਿਨ ਜਥੇਬੰਦੀ ਨੇ ਇਹ ਬੰਦੀਆਂ ਨੇ ਇੱਕ ਮਤਲਬ ਫੈਸਲਾ ਲਿਆ ਵੀ ਚਲੋ ਯਾਰ ਜੇਕਰ 2 ਟ੍ਰੇਨਾਂ ਇਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ, ਮਿਲਟਰੀ ਦੀ ਮੁਸ਼ਕਲ ਆਉਂਦੀ ਹੈ, ਸਾਡੇ ਫੌਜੀਆਂ ਤੱਕ ਕੋਈ ਸਮਾਨ ਦੀ ਗੱਲ ਮੁਸ਼ਕਲ ਆਉਂਦੀ ਹੈ, ਸਾਡੇ ਫੌਜੀਆਂ ਨੇ ਇੱਧਰ ਉੱਧਰ ਜਾਣ ਦੀ ਕੋਈ ਮੁਸ਼ਕਲ ਆਉਂਦੀ ਹੈ, 2 ਟ੍ਰੇਨਾਂ ਦਾ ਆਪਾਂ ਮਤਲਬ ਬੈਠ ਕੇ ਮਸਲਾ ਹੱਲ ਕਰ ਸਕਦੇ ਵੀ ਪੈਸੇਂਜਰ ਵੀ ਤੇ ਦੂਜੀ ਬਾਹਰ ਵੀ। ਦੋਨੇ ਨਹੀਂ 2 ਕਿਹੜੀ 2 ਪੈਸੇਂਜਰ, ਅੱਛਾ ਜੀ, ਕੇਵਲ ਪੈਸੇਂਜਰ 2। ਅੱਛਾ ਮਤਲਬ ਕਿ ਗਿਣਤੀ ਉਹਦੇ 2 ਸਿਰਫ। ਠੀਕ ਆ ਕੇਵਲ 2 24 ਘੰਟਿਆਂ ਦੇ ਵਿੱਚ 2 ਟ੍ਰੇਨਾਂ ਮਤਲਬ ਚੱਲਣਗੀਆਂ। ਠੀਕ ਹੈ ਫਿਰ ਇਹ ਤਾਂ ਫਿਰ ਤੁਸੀਂ ਮਤਲਬ ਕਿ ਇੱਕ ਤਰੀਕੇ ਨਾਲ ਪਿੱਛੇ ਹਟ ਗਏ ਸੀ ਆਪਣੇ ਉਸ ਤੋਂ, ਹੈ ਨਾ, ਇੱਕ ਰਸਤਾ ਦੇਤਾ ਸੀਗਾ ਤੁਸੀਂ ਸੈਂਟਰ ਨੂੰ। ਲੇਕਿਨ ਸੈਂਟਰ ਗਵਰਨਮੈਂਟ ਦੀ ਜਿਹੜੀ ਭਾਵਨਾ ਹੈ ਨਾ, ਉਹਨਾਂ ਦੀ ਭਾਵਨਾ ਇਹ ਸੀਗੀ ਕਿ ਅਸੀਂ ਚਾਹੇ ਕੁਝ ਵੀ ਹੋਵੇ ਅਸੀਂ ਇਹ ਮਸਲਾ ਹੱਲ ਨਹੀਂ ਕਰਨਾ। ਉਹ ਚਾਹੁੰਦੇ ਨੇ ਪੰਜਾਬ ਨੂੰ ਇੱਕ ਤਰ੍ਹਾਂ ਦੀ ਸਜ਼ਾ ਦੇਣਾ, ਉਹ ਚਾਹੁੰਦੇ ਨੇ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਤੋੜਨਾ, ਪੰਜਾਬ ਦੇ ਇਸ ਅੰਦੋਲਨ ਨੂੰ ਬਦਨਾਮ ਕਰਨਾ, ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੇ ਕਿਸਾਨਾਂ ਨੂੰ, ਇੱਥੋਂ ਦੇ ਵਪਾਰੀਆਂ ਨੂੰ ਇੱਕ ਤਰ੍ਹਾਂ ਦੀ ਸਜ਼ਾ ਦੇਣ ਦਾ ਯਤਨ ਸੀ ਸਰਕਾਰ ਦਾ, ਜਿਹਦੇ ਤੇ ਸਰਕਾਰ ਇਸ ਗੱਲ ਤੇ ਅੜੀ ਕਿ ਨਹੀਂ ਜੀ ਅਸੀਂ ਤਾਂ ਸਾਰੀਆਂ ਚਲਾਵਾਂਗੇ। ਇਸ ਗੱਲ ਤੇ ਫਿਰ ਜਥੇਬੰਦੀਆਂ ਨੂੰ ਆਪਦਾ ਸਟੈਂਡ ਫਿਰ ਦੁਬਾਰਾ ਮਤਲਬ ਮੁੜ ਕਾਇਮ ਕਰਦੇ ਇਹ ਕਹਿਣਾ ਪਿਆ ਕਿ ਦੇਖੋ ਜੇ ਤੁਸੀਂ ਇਹ ਚਲਾਓਗੇ ਤਾਂ ਫਿਰ ਅਸੀਂ ਮਤਲਬ ਆਪਦੀਆਂ ਕੋਈ ਵੀ ਨਹੀਂ ਚੱਲਣ ਦੇਣੀ। ਬਾਬੂ ਜੀ ਜਿਹੜੀ 2 ਟ੍ਰੇਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਕਿਹੜਾ ਰੂਟ ਕਿਹੜਾ ਰਹਿਣਾ ਸੀਗਾ? ਨਹੀਂ ਰੂਟ ਦੀ ਹਜੇ ਤਾਂ ਗੱਲ ਹੀ ਤੈਅ ਹੋਣੀ ਸੀ ਬਾਅਦ ਦੇ ਵਿੱਚ। ਕੋਈ ਵੀ ਤੁਸੀਂ ਰੂਟ ਰੇਲਵੇ ਤੈਅ ਕਰ ਲਵੇ ਵੀ 2 ਟ੍ਰੇਨਾਂ ਅਸੀਂ ਚਲਾਉਣ ਨੂੰ ਤਿਆਰ ਹੈਗੇ। ਜਿੱਥੇ ਸਾਡੀ ਮਿਲਟਰੀ ਨੂੰ, ਜਿੱਥੇ ਸਾਡੀ ਫੌਜ ਦੇ ਜਵਾਨਾਂ ਨੂੰ ਬਹੁਤੀ ਲੋੜ ਹੈਗੀ ਆ, ਜਿੱਥੇ ਸਾਡੀ ਫੌਜ ਨੂੰ ਕੋਈ ਸਮੱਸਿਆ ਆਉਂਦੀ ਹੈ, ਉਹੋ ਜਿਹੇ ਅਸੀਂ 2 ਰੂਟ ਮਤਲਬ ਚਲਾਉਣ ਨੂੰ ਮਤਲਬ ਸਾਡੇ ਸਾਥੀ ਸਹਿਮਤ ਹੋ ਗਏ ਸੀ ਉਸ ਗੱਲ 'ਚ। ਲੇਕਿਨ ਉੱਥੇ ਸਰਕਾਰ ਨੇ ਮਤਲਬ ਬੜਾ ਗਲਤ ਉਹਦਾ ਪੱਖ ਲਿਆ ਇੱਕਦਮ। ਦੇਖੋ ਮੈਂ ਕਹਿੰਦਾ ਵੀ ਪੰਚਾਇਤ 'ਚ ਬੈਠਾ ਬੰਦਾ ਵੀ ਨਹੀਂ ਮੁੱਕਰਦਾ। ਬਾਬੂ ਜੀ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਟ੍ਰੇਨਾਂ ਦੀ 2 ਟ੍ਰੇਨਾਂ ਦੀ, ਇਹ ਦਿੱਲੀ ਵਾਲੀ ਮੀਟਿੰਗ ਤੋਂ ਪਹਿਲਾਂ ਗੱਲ ਹੋ ਗਈ ਸੀਗੀ? ਇਹ ਨਹੀਂ ਇੱਥੇ ਨਹੀਂ ਸੀ ਹੋਈ, ਬਿਲਕੁਲ ਸਾਡਾ ਮੀਟਿੰਗਾਂ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਸੀ। ਤਾਂ ਉਹਨਾਂ ਨੇ ਉੱਥੇ ਜਾ ਕੇ ਜਦੋਂ ਪ੍ਰਪੋਜ਼ਲ ਲਿਆਂਦੀ ਕਿ ਨਾਲ ਦੀ ਨਾਲ ਉਸੇ ਵਕਤ ਤੁਸੀਂ ਕਿਹਾ ਪੈਸੇਂਜਰ ਟ੍ਰੇਨ ਛੱਡਣ ਵਾਸਤੇ, ਤਾਂ ਸਾਡੇ ਸਾਥੀਆਂ ਨੇ ਜਿਹੜੇ ਉੱਥੇ ਗਈਆਂ ਸੀ 30 ਜਥੇਬੰਦੀਆਂ, ਇਹਨਾਂ ਨੇ ਉਸੇ ਵੇਲੇ ਇੱਕ ਮੀਟਿੰਗ ਕੀਤੀ ਉੱਥੇ, ਔਰ ਉਸ ਮੀਟਿੰਗ ਦੇ ਵਿੱਚੋਂ ਮਤਲਬ ਸਿੱਟਾ ਕੱਢਿਆ ਕਿ ਚਲੋ 2 ਟ੍ਰੇਨਾਂ ਆਪਾਂ ਮਤਲਬ ਜਿਹੜੀਆਂ ਪੂਰੇ ਦਿਨ ਦੇ ਵਿੱਚ ਚਲਾਉਣ ਦੀ ਇਜਾਜ਼ਤ ਦੇ ਦਿਓ, ਔਰ ਪੂਰੇ ਪੰਜਾਬ ਦੇ ਵਿੱਚ ਸਿਰਫ 2 ਟ੍ਰੇਨਾਂ। ਕੇਂਦਰ ਦੇ ਮੰਤਰੀ ਨਹੀਂ ਮੰਨੇ? ਹਾਂ, ਕੇਂਦਰ ਨੇ ਕਿ ਇਸ ਗੱਲ ਦੇ ਉੱਤੇ ਸੀਗੀ ਕਿ ਵੀ ਨਹੀਂ ਅਸੀਂ ਤਾਂ ਸਾਰੀਆਂ ਚਲਾਉਣੀਆਂ, ਅਸੀਂ ਤਾਂ ਤੁਹਾਨੂੰ ਸਾਰੀਆਂ ਕਹੀਆਂ। ਇਹਦਾ ਮਤਲਬ ਉਹਨਾਂ ਦਾ ਉਹ ਇਸ ਗੱਲ ਤੋਂ, ਸਮਝੌਤੇ ਤੋਂ, ਇਸ ਗੱਲ ਤੋਂ ਭੱਜਣਾ ਚਾਹੁੰਦੇ ਸੀ, ਔਰ ਉਹ ਇੱਕ ਬਹਾਨਾ ਲੈ ਕੇ ਉਹਨਾਂ ਨੇ ਮਤਲਬ ਭੱਜਣ ਦਾ ਯਤਨ ਕੀਤਾ। ਜਿਹਦੇ ਤੇ ਜਥੇਬੰਦੀਆਂ ਨੇ ਫਿਰ ਮਤਲਬ 2 ਟੁਕ ਫੈਸਲਾ ਲਿਆ ਕਿ ਜੇ ਤੁਸੀਂ ਸਾਰੀਆਂ ਦੀ ਗੱਲ ਕਰਦੇ ਤਾਂ ਅਸੀਂ ਮਤਲਬ ਆਪਦੀ ਗੱਲ ਤੇ ਸਟੈਂਡ ਕਰਦੇ ਹਾਂ, ਅਸੀਂ ਬਿਲਕੁਲ ਮਤਲਬ ਪੈਸੇਂਜਰ ਟ੍ਰੇਨ ਨਹੀਂ ਚੱਲਣ ਦੇਵਾਂਗੇ, ਔਰ ਇਸ ਗੱਲ ਦੇ ਵਿੱਚੋਂ ਫਿਰ ਮਤਲਬ ਚਲੇ ਗਏ। ਨਿਚੋੜ ਇਹੀ ਨਿਕਲਦਾ ਹੈ ਕਿ ਸਾਨੂੰ ਪ੍ਰੇਮ ਦਾ ਰਸਤਾ ਅਪਣਾਉਣਾ ਚਾਹੀਦਾ, ਔਰ ਸੈਂਟਰ ਨੂੰ ਵੀ ਸਮਝਣਾ ਚਾਹੀਦਾ ਜੇ ਕੋਈ ਪ੍ਰੇਮ ਨਾਲ ਗੱਲ ਕਰ ਰਿਹਾ ਤੁਹਾਡੇ ਨਾਲ, ਜੇ ਕਿਸਾਨ ਆਗੂ ਦੇ ਵੀ ਰਹੇ ਨੇ ਰਸਤਾ, 2 ਗੱਡੀਆਂ ਦੀ ਵੀ ਕਹਿਤਾ ਸੀਗਾ ਕਿ ਸਹਿਮਤੀ ਦੇਤੀ ਆ, ਤਾਂ ਅੜੀਅਲ ਰਵੱਈਆ ਜਿਹੜਾ ਜ਼ਰੂਰ ਤਿਆਗਣਾ ਚਾਹੀਦਾ। ਹੁਣ ਕੱਲ੍ਹ ਦੀ ਮੀਟਿੰਗ ਬੜੀ ਅਹਿਮ ਹੈਗੀ ਆ, ਔਰ ਇਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਇਹ ਬੜਾ ਅਹਿਮ ਹੋਵੇਗਾ। 26-27 ਨੂੰ ਦਿੱਲੀ ਜਾਣ ਦਾ ਅਹਿਦ ਲਿਆ ਕਿਸਾਨਾਂ ਨੇ, ਔਰ ਪੂਰੀ ਤਿਆਰੀ ਕਰ ਲਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸੈਂਟਰ ਸਰਕਾਰ ਇਸ ਤਿਆਰੀ ਤੋਂ ਕਿਵੇਂ ਉਹਨਾਂ ਦੇ ਜੂਨ ਦੇ ਕੰਨ ਦੇ ਉੱਤੇ ਜੂੰ ਸਰਕਦੀ ਹੈ। ਧੰਨਵਾਦ। ਵੇਖਣ ਲਈ ਨਿਰਪੱਖ ਪੋਸਟ ਮੈਨੂੰ ਤੇ ਕੈਮਰਾਮੈਨ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।